14-15 जून की दरमियानी रात ਨੂੰ ਫਗਵਾੜੇ ਦੇ ਇੱਕ ਘਰ ਦੇ ਵਿੱਚ ਕਰੀਬ 2 ਕਰੋੜ ਰੁਪਏ ਦੀ ਚੋਰੀ ਹੁੰਦੀ ਹੈ। ਇਸ ਕਮਰੇ ਦੇ ਵਿੱਚ ਜਿਹੜੀ ਹੈ ਉਹ ਚੋਰੀ ਹੁੰਦੀ ਹੈ। ਚੋਰ ਬੜੇ ਤਸੱਲੀ ਦੇ ਨਾਲ 4-5 ਘੰਟੇ ਲਗਾ ਕੇ ਇੱਥੇ ਜਾਂਦੇ ਨੇ। ਪੂਰਾ ਪਰਿਵਾਰ ਨੂੰ ਜਿਹੜੀ ਹੈ ਉਹ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਨੇ। कहते दाल कौड़ी है, मैं कहा नहीं कौड़ी नहीं, उन्हें मेडिसिन पाई सी। 15 मिनट बाद मैं नशा चढ़न लग गया, मैं चक्कर आने लग गए। तो मैं अपने हस्बैंड को कहा भी मैं जा रही है सोन ली, आई थॉट कि मैं नींद आ रही है। कहता नहीं 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 आप रहने दो, क्या नाम है, मैं बाबू जी को देता हूँ। मैं कहा नहीं तू, मैं बनाती तू बर्तन धो ले। उन्नी देर से उन्हें जब तक मैं इधर बिस्किट मान ली आई है तो उन्हें चाय भी पाते डोजेस। तो उस तो बाद मैं उपर आई हाँ, मैनू होश नहीं। उपर आके मैं डोर खोलिया, वोमिटिंग्स कीतियां। मेरे 2 इंपलॉइज़ है रेस्टोरेंट तो राती आए हैं, वो पौने 10 के करीब आए हैं। तो उन्होंने आके पिछे उन्होंने भी कोक छपा के उन्हें देता, उन्होंने बेहोश करता। इनकम तो 1:30-2 बजे तक कर लिया सी, क्योंकि टाइम बहुत सी 10:30 10:15 वो आ गए थे। 10:15 11 सब मतलब 2-3 घंटे काम कर लिया सीगा। बाद तो थले बैठ के किचन च शराब वगैरह पींदे रहे, क्योंकि 4 बजे साढ़े इत्थे कलोनी का भी गेट बंद होंदा। वो सारा पता सी गोल्ड है, सिल्वर है, मतलब आर्टिफिशियल सिट के गए हैं। अच्छा। सिल्वर गोल्ड सब लैके गए हैं। मेरी यह कबड़ सी इनू भी तोड़िया इन्होंने। कबड़ चो भी सारा समान जिन्हें मेरे चांदी के गिलास सीगे लिया था। एक ने वो पे है, एक बैग इत्थे छड़ के गए हैं। अच्छा। क्योंकि वो जो इंस्ट्रूमेंट सारे लैके आए समान तोड़न लई, वो च लपेट के लाया, बाकी खाली हाथ ही आए हैं। कैश सीगा 80 लाख रुपये कैश सीगा साडे कोल घर। तो बाकी ज्वेलरी तो सब बेटी दी सी, कुछ दी सी, को मदर दी सी, होर सी। वो तुहानूं पता है लेडीज़ इकट्ठे करते वो काफ़ी हो जाती। मेरे 2 kg प्लस सी साडे घर ज्वेलरी जी सी। बाद जो असीं कैलकुलेट किया की लैके गए आ। 14-15 ਜੂਨ ਦੀ ਦਰਮਿਆਨੀ ਰਾਤ ਨੂੰ ਫਗਵਾੜੇ ਦੇ ਇੱਕ ਘਰ ਦੇ ਵਿੱਚ ਕਰੀਬ 2 ਕਰੋੜ ਰੁਪਏ ਦੀ ਚੋਰੀ ਹੁੰਦੀ ਹੈ। ਚੋਰੀ ਕਰਨ ਵਾਲਾ ਘਰ ਦੇ ਵਿੱਚ ਕੰਮ ਕਰਨ ਵਾਲਾ ਨੌਕਰ ਹੀ ਹੁੰਦਾ ਜੋ ਪਰਿਵਾਰ ਨੂੰ ਪਹਿਲਾਂ ਨੀਂਦ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰਦਾ। ਉਸ ਤੋਂ ਬਾਅਦ ਆਪਣੇ 3 ਸਾਥੀਆਂ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦਾ ਤੇ ਘਰ ਦੇ ਵਿੱਚ ਪਿਆ ਗਹਿਣਾ ਤੇ ਨਕਦੀ ਲੈ ਕੇ ਫਰਾਰ ਹੋ ਜਾਂਦਾ ਹੈ। ਇਸ ਸਮੇਂ ਅਸੀਂ ਫਗਵਾੜੇ ਦੇ ਉਸੇ ਘਰ ਦੇ ਵਿੱਚ ਮੌਜੂਦ ਹੈਗੇ ਹਾਂ। ਕਿਵੇਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਚੋਰਾਂ ਨੇ ਚੋਰੀ ਕੀਤੀ ਹੈ, ਤੁਹਾਨੂੰ ਮੌਕਾ ਵੀ ਸਮਝਾਉਂਦੇ ਆ ਤੇ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈਗਾ, ਗੱਲਬਾਤ ਵੀ ਉਹਨਾਂ ਦੇ ਨਾਲ ਕਰਦੇ ਹਾਂ। ਤਾਂ ਇਸ ਸਮੇਂ ਇੱਕ ਰੂਮ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ, ਜਿੱਥੇ ਨਾਲ ਹੀ ਇੱਕ ਸਟਰੋਂਗ ਰੂਮ ਵੀ ਬਣਿਆ ਹੋਇਆ, ਜਿੱਥੇ ਇੱਕ ਅਲਮਾਰੀ ਰੱਖੀ ਹੋਈ ਸੀਗੀ ਜਿਹਦੇ ਵਿੱਚ ਪੈਸੇ ਪਏ ਸੀਗੇ ਤੇ ਕੁਝ ਗਹਿਣਾ ਪਿਆ ਸੀਗਾ। ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਚੋਰਾਂ ਨੇ ਇਹ ਚੋਰੀ ਕੀਤੀ ਆ। ਤਾਂ ਇਹ ਕੋਡ ਵਾਲਾ ਜਿਹੜਾ ਸੀਗਾ ਉਹ ਲੋਕ ਵੀ ਲੱਗਾ ਹੋਇਆ ਇਸ ਨੂੰ। ਤਾਂ ਅੰਦਰ ਜਿਹੜੀ ਇੱਕ ਅਲਮਾਰੀ ਪਈ ਹੁੰਦੀ ਆ, ਤਾਂ ਇਸ ਕਮਰੇ ਦੇ ਵਿੱਚ ਜਿਹੜੀ ਹੈ ਉਹ ਚੋਰੀ ਹੁੰਦੀ ਆ। ਚੋਰ ਬੜੇ ਤਸੱਲੀ ਦੇ ਨਾਲ 4-5 ਘੰਟੇ ਲਗਾ ਕੇ ਇੱਥੇ ਜਾਂਦੇ ਨੇ। ਪੂਰਾ ਪਰਿਵਾਰ ਨੂੰ ਜਿਹੜੀ ਹੈ ਉਹ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਨੇ। ਤਾਂ ਇਹ ਉਹ ਅਲਮਾਰੀ ਹੈਗੀ ਆ ਜਿਸ ਨੂੰ ਜਿਹੜਾ ਉਹ ਤੋੜਿਆ ਜਾਂਦਾ, ਸੱਬਲ ਦੇ ਨਾਲ ਤੋੜਿਆ ਜਾਂਦਾ। ਵੈਸੇ ਇਹ ਅਲਮਾਰੀ ਟੁੱਟਦੀ ਨਹੀਂ ਹੈਗੀ। ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਜਿਹੜੀ ਹੈ ਉਹ ਚੋਰੀ ਕੀਤੀ ਗਈ। ਤਾਂ ਕਿਵੇਂ ਇਹ ਸਾਰਾ ਉਸ ਰਾਤ ਕੀ ਕੁਝ ਹੋਇਆ ਸੀਗਾ, ਤਾਂ ਫੈਮਿਲੀ ਸਾਡੇ ਨਾਲ ਮੌਜੂਦ ਹੈਗੀ ਆ। ਅਜੀਤ ਸਿੰਘ ਵੀ ਸਾਡੇ ਨਾਲ ਮੌਜੂਦ ਨੇ, ਤਾਂ ਗੱਲਬਾਤ ਕਰਦੇ ਆ। ਮੈਮ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦਾ ਕਿ ਜਿਹੜਾ ਨੌਕਰ ਰੱਖਿਆ ਸੀਗਾ ਘਰ ਦੇ ਵਿੱਚ ਤੁਸੀਂ, ਕੌਣ ਸੀਗਾ ਤੇ ਕਦੋਂ ਤੋਂ ਕੰਮ ਕਰ ਰਿਹਾ ਸੀਗਾ ਉਹ ਨੌਕਰ ਚੰਡੀਗੜ੍ਹੋਂ ਆਇਆ ਸੀਗਾ। ਇੱਕ ਮੇਰਾ ਪੁਰਾਣਾ ਨੌਕਰ ਨੇ ਭੇਜਿਆ ਸੀਗਾ। 10 ਦਿਨ ਹੀ ਹੋਏ ਸੀ ਉਹਨੂੰ ਆਏ ਨੂੰ। ਠੀਕ ਹੈ। ਕੋਈ ਜ਼ਿਆਦਾ ਟਾਈਮ ਨਹੀਂ ਹੋਇਆ, ਪਰ 10 ਦਿਨਾਂ 'ਚ ਉਹਨੇ ਕਿੱਦਾਂ ਭੇਤ ਪਾਇਆ ਸੀ, ਜਾ ਨਹੀਂ ਸਕੇ। ਉਹਦੀ ਇੰਨੀ ਮਾਸੂਮੀਅਤ ਤੇ ਇੰਨਾ ਭੋਲਾਪਨ ਚਿਹਰਾ ਉਹਨੇ ਬਣਾ ਕੇ ਤਾਂ ਸਾਨੂੰ ਬੇਵਕੂਫ ਬਣਾਇਆ। ਅੱਛਾ, 14-15 ਜੂਨ ਦੀ ਰਾਤ ਨੂੰ ਤੁਸੀਂ ਵੀ ਘਰ ਸੀਗੇ, ਤਾਂ ਉਸ ਰਾਤ ਹੋਇਆ ਕਿ ਕਿਵੇਂ ਇਹ ਸਾਰੀ ਚੋਰੀ ਹੁੰਦੀ ਹੈ? 14 ਜੂਨ ਨੂੰ ਰਾਤ ਨੂੰ ਅਸੀਂ ਆਏ ਹਾਂ ਘਰ 8 ਵਜੇ। ਮੈਂ ਆਪਣੀ ਸ਼ॉप क्लोज करके तो राती आके मैनू पहला उन्हें 6 बजे फ़ोन किया, मैडम जी मैं क्या बनाऊँ? मैं कहा चल तू दाल बना लै, तो आप खाना खाओगे ना आज? तो मैं कहा हम खाएंगे। तो घर आ के 8 बजे मैं आई, मैं क्या मेरे हस्बैंड है आए नहीं सीगे। तो मैं क्या मैं नहा के आनी पाठ करके फिर तू एक साथ हम सानू खाना खिला दी। तो मैं उपर आके नहा धो के मैं थले गई। तो उन्नी देर च उन्हें रोटी लगाती सी उत्थे साडे लिविंग रूम जिथे असीं खांदे सीगे। तो उत्थे दाल ऑलरेडी मेरे हस्बैंड खा चुके सी।
ਤੇ ਕਹਿੰਦੇ ਦਾਲ ਕੌੜੀ ਹੈ। ਮੈਂ ਕਿਹਾ ਨਹੀਂ ਕੌੜੀ ਨਹੀਂ, ਉਹ 'ਚ ਉਹਨੇ ਮੈਡੀਸਿਨਸ ਪਾਈਆਂ ਸੀਗੀਆਂ। 15 ਮਿੰਟ ਬਾਅਦ ਮੈਨੂੰ ਨਸ਼ਾ ਚੜਨ ਲੱਗ ਗਿਆ, ਮੈਨੂੰ ਚੱਕਰ ਆਉਣ ਲੱਗ ਗਏ। ਤਾਂ ਮੈਂ ਆਪਣੇ ਹਸਬੈਂਡ ਨੂੰ ਕਿਹਾ ਵੀ ਮੈਂ ਜਾ ਰਹੀ ਹਾਂ ਸੌਣ ਲਈ। ਆਈ ਥੋਟ ਕਿ ਮੈਨੂੰ ਨੀਂਦ ਆ ਰਹੀ ਹੈ ਤੇ ਮੈਂ ਕਿਹਾ ਸੌਣ ਜਾ ਰਹੀ ਹੈ। ਕਹਿੰਦੇ ਉਹਨੂੰ ਕਿਹਾ ਚਾਹ ਬਣਾ ਦੇ। ਤਾਂ ਮੈਂ ਨਸ਼ੇ ਦੀ ਹਾਲਤ 'ਚ ਕਿਚਨ 'ਚ ਜਾ ਕੇ ਤਾਂ ਮੈਂ ਚਾਹ बनाने लग गई। तो मैंने कहता मैं बनाता हूँ मैडम जी, मैं बनाता हूँ। कहता नहीं 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 आप रहने दो, क्या नाम है, मैं बाबू जी को देता हूँ। मैं कहा नहीं तू, मैं बनाती तू बर्तन धो ले। उन्नी देर च उन्हें जब तक मैं इधर बिस्किट मान ली आई हैं तो उन्हें चाय च भी पाते डोजेस। तो उस तो बाद मैं उपर आई हाँ, मैनू होश नहीं। उपर आके मैं डोर खोलिया, वोमिटिंग्स कीतियां, फिर अंदर वॉशरूम जाके वोमिटिंग्स कीतियां, फिर लेट गया कि फिर मैनू होश नहीं सीगी। फिर सवेरे जाके मैनू 3:30 का टाइम होना, जो मैं आई मैं देखा कि सारा खलारा पिया है, क्योंकि मैं बेहोशी भी सी, नींद भी कि भी चोरी हो गई है की है, माइंड मतलब कन्फ्यूज सी लाइक। फिर आके मैं बैठी हाँ, वो एकदम मेरे सामने आ गया। कहता मैडम जी आप सो जाओ, शोर मत करो। ठीक है। तो मैं कहा आप कौन हो? इसे कमरे की ये गल हैगी है, इसे रूम दे विच सीगे उदों चोर? मैं बैडरूम च चली गई सी, अपने नाल ही है ना मेरा बेडरूम, उत्थे बैठी सी मैं। तो उत्थे आके उन्हें फिर मैंने कहा सो जाओ, मेरे साथ के आदमी खतरनाक है, आपको नुकसान पहुँचा सकते हैं, आप चुपचाप सो जाओ। उन्हें मेरे पैर चक के लटाता, फिर मैंने होश ही नहीं सी। ये गल राजू ने कही जिहड़ा तुसीं नौकर रखिया सी? हाँ जी हाँ जी, यह गल राजू ने कही, क्योंकि वो आवाज़ मैडम जी ऑब्वियसली वही कहूगा, दूजे ने तो मैडम जी कहना ही नहीं। ਤੇ ਅੱਛਾ ਸਰ, ਜਿਵੇਂ ਇਹ ਰੂਮ ਦੇ ਨਾਲ ਹੀ ਇਹ ਰੂਮ ਹੈਗਾ, ਤਾਂ ਜਿਵੇਂ ਇਹਨੂੰ ਲੋਕ ਵੀ ਲੱਗਾ ਹੁੰਦਾ, ਤਾਂ ਕਿਵੇਂ ਇਹ ਐਂਟਰ ਕਿਵੇਂ ਕਰਦੇ ਨੇ ਇੱਥੇ ਅੰਦਰ? ਨਹੀਂ ਉਹ ਤਾਂ ਇਹਨੇ ਆ ਕੇ ਫਿਰ ਖੋਲ੍ਹ ਹੀ ਦਿੱਤਾ ਸੀ ਨਾ, ਪਹਿਲਾਂ ਆ ਗਏ ਉੱਪਰ ਰੂਮ ਸੌਣ ਲਈ। ਠੀਕ ਹੈ। ਤਾਂ ਇਹਨੇ ਆਪੇ ਖੋਲ੍ਹ ਹੀ ਦਿੱਤਾ ਸੀਗਾ, ਆਪਣੇ ਉਹਨਾਂ ਨਾਲ ਕੋਡ ਪਾ ਕੇ ਜਾਂ ਜੋ ਵੀ ਸੀਗਾ, ਇਹਨੇ ਖੋਲ੍ਹ ਦਿੱਤਾ ਹੋਇਆ ਸੀਗਾ ਰੂਮ। ਤੇ ਉਹ ਵੀ ਜਦੋਂ ਇਹ ਉੱਠੀ ਆ ਉਹ ਇੱਥੇ ਸਾਰਾ ਜੋ ਕਰਨਾ ਸੀ ਉਹ ਕਰ ਚੁੱਕੇ ਸੀਗੇ, ਉਸ ਵੇਲੇ ਤਾਂ ਦੂਜੇ ਰੂਮ ਵਿੱਚ ਸੀਗੇ। ਠੀਕ ਹੈ। ਤੇ ਉਹ ਤਾਂ ਉਹਨਾਂ ਨੇ ਦੇਖਿਆ ਜਦੋਂ ਵੀ ਉੱਠ ਕੇ ਆਈ, ਫਿਰ ਉਹਨੇ ਦੇਖਿਆ ਵੀ ਇਹ ਰੌਲਾ ਨਾ ਪਾਵੇ, ਉਹ ਫਿਰ ਉਹਨੂੰ ਇਹਨਾਂ ਨੇ ਆ ਕੇ ਕਿਹਾ ਵੀ ਤੂੰ ਚੁੱਪ ਕਰਕੇ ਸੋ ਜਾ, ਨਹੀਂ ਤਾਂ ਵੀ ਕੋਈ ਗਲਤ ਹੋ ਜਾ। ਪਰ ਸੀਗੀ ਨਸ਼ੇ ਦੇ ਹਾਲਤ 'ਚ, ਫਿਰ ਸੋ ਗਈ ਦੁਬਾਰਾ। ਇਹ 1:30-2 ਵਜੇ ਦੀ ਗੱਲ ਹੈ ਮੋਸਟ ਪ੍ਰੋਬੇਬਲੀ। ਅੱਛਾ ਇਹ ਮੈਮ ਕਿੰਨੇ ਵਜੇ ਐਂਟਰ ਕਰਦੇ ਨੇ ਘਰ ਦੇ ਵਿੱਚ, ਤਾਂ ਕਿੰਨੇ ਵਜੇ ਬਾਹਰ ਨਿਕਲਦੇ ਨੇ, ਕਿੰਨਾ ਸਮਾਂ ਰਹਿੰਦੇ ਨੇ ਇੱਥੇ? ਉਹਦੇ ਰਿਕਾਰਡਿੰਗ ਦੇ ਹਿਸਾਬ ਨਾਲ 10:30 ਵਜੇ ਅੰਦਰ ਐਂਟਰ ਕੀਤੇ ਹੈ। ਤੇ ਉਸ ਤੋਂ ਬਾਅਦ ਸਾਡੇ 2 EMPLOYEES ਹੈ ਰੈਸਟੋਰੈਂਟ ਤੋਂ, ਰਾਤੀ ਆਏ ਹੈ, ਉਹ ਪੌਣੇ 10 ਦੇ ਕਰੀਬ ਆਏ ਆ। ਤੇ ਉਹਨਾਂ ਨੂੰ ਆ ਕੇ ਪਿੱਛੇ ਉਹਨਾਂ ਨੂੰ ਵੀ ਕੋਕ ਛਪਾ ਕੇ ਉਹਨੇ ਦੇ ਦਿੱਤਾ, ਉਹਨਾਂ ਨੂੰ ਬੇਹੋਸ਼ ਕਰਤਾ। ਤੇ ਉਹਨੂੰ ਆਵਾਜ਼ਾਂ ਆ ਰਹੀਆਂ ਸੀ ਬਾਅਦ ਜਦੋਂ ਆਏ ਨਾ ਪੌਣੇ 10 ਵਜੇ, ਉਹ ਕਹਿੰਦਾ ਮੈਨੂੰ ਆਪਕੋ ਮੈਡਮ ਜੀ ਉੱਪਰ ਸੇ ਆਵਾਜ਼ें ਆ ਰਹੀ थी। दैट मीन्स कि ਉਹ ਦੇ ਵਰ देयर 10-20 ਤੋਂ ਅੰਦਰ ਆ ਕੇ ਅੰਦਰ ਸੀਗੇ, ਕਰ ਰਹੇ ਸੀਗੇ ਚੋਰੀ। ਅੱਛਾ ਜਿਵੇਂ ਉਹਨਾਂ ਨੂੰ ਵੀ ਇਹਨਾਂ ਨੇ ਦੇਤੀਆਂ ਨੀਂਦ ਦੀਆਂ ਗੋਲੀਆਂ, ਜਿਵੇਂ ਤੁਹਾਨੂੰ ਵੀ ਦੇਤੀਆਂ, ਘਰ ਦੇ ਵਿੱਚ ਡੋਗ ਵਗੈਰਾ ਵੀ ਰੱਖਿਆ ਹੁੰਦਾ, ਉਹਨੂੰ ਵੀ ਐਵੇਂ ਨਸ਼ੀਲੀ ਚੀਜ਼ ਦਿੱਤੀ ਹੋਈ ਸੀ? ਹਾਂਜੀ, ਡੌਗਸ ਨੂੰ ਵੀ ਉਹ ਰੋਟੀ ਦੁੱਧ ਪਾਉਂਦੇ ਹਾਂ ਅਸੀਂ, ਉਹਨਾਂ ਨੂੰ ਵੀ ਨਸ਼ੇ 'ਚ ਉਹਨੇ ਦਵਾਈਆਂ ਪਾ ਕੇ ਤਾਂ ਬੇਹੋਸ਼ ਕਰਤਾ ਸੀਗਾ। ਅੱਛਾ ਫਿਰ ਜਿਵੇਂ ਤੁਸੀਂ ਆਹ ਨਾਲ ਦੇ ਕਮਰੇ 'ਚ ਪਏ ਹੋਏ ਸੀਗੇ, ਹਾਲਾਂਕਿ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀਗੇ, ਤਾਂ ਇਹ ਬਿਲਕੁਲ ਹੀ ਨਾਲ ਰੂਮ ਹੈਗਾ, ਤਾਂ ਇਹ ਅਲਮਾਰੀ ਮੈਨੂੰ ਲੱਗਦਾ ਕਿ ਟੁੱਟਣੀ ਵੀ ਸੌਖੀ ਨਹੀਂ ਹੈਗੀ, ਬੜੀ ਸਟਰੋਂਗ ਇਹ ਲੋਕ ਹੈਗਾ, ਤਾਂ ਇਹ ਸੱਬਲਾਂ ਦੇ ਨਾਲ ਕਿਵੇਂ ਤੋੜੀ ਇਹਨਾਂ ਨੇ ਜੀ? ਮੈਂ ਤਾਂ ਮਾਰੀ ਇੰਨੀ ਜ਼ਿਆਦਾ ਉਹਨੇ ਸਟਰੋਂਗ ਡੋਜ਼ਿਸ ਦੀ ਸੀ, ਮੈਨੂੰ ਪਤਾ ਹੀ ਨਹੀਂ ਸਾਨੂੰ ਕਿ ਕਿੱਦਾਂ ਸ਼ੋਰ ਹੋਇਆ। ਇੱਥੇ ਜਦੋਂ ਸਵੇਰੇ ਵੀ ਦੇਖਿਆ ਉਹਨਾਂ ਥੱਲੇ ਬਲੈਂਕਟ ਵਿਛਾਇਆ ਸੀ, ਉਹਦੇ ਉੱਪਰ ਦੇਖੋ ਤਿਜੋਰੀ ਰੱਖੀ ਹੋਈ ਸੀਗੀ। ਤੇ ਬਾਕੀ ਸਾਡੇ ਨੇਬਰਸ ਤਾਂ ਤੁਸੀਂ ਦੇਖਿਆ ਹੀ ਹੈ, ਕੋਈ ਹੈ ਹੀ ਨਹੀਂ ਐਸੇ, ਕਿਹਨੂੰ ਸ਼ੋਰ ਪਤਾ ਲੱਗਣਾ। ਅੱਛਾ ਤਾਂ ਇੱਥੇ ਹੀ ਪਈ ਸੀਗੀ ਅਲਮਾਰੀ, ਇਹਦੇ ਵਿੱਚ ਹੀ 골ਡ ਸੀਗਾ, ਇਹਦੇ 'ਚ ਹੀ ਪੈਸੇ ਸੀਗੇ? ਇਹ 골ਡ ਤੇ ਪੈਸੇ ਥੋੜ੍ਹੇ ਇਹਦੇ 'ਚ ਹੀ, ਥੋੜ੍ਹੇ ਮੇਰੇ ਤੇ ਅਲਮਾਰੀ ਇਹਦੇ 'ਚ ਵੀ ਲੌਕ ਵਾਲੇ ਹੈਗੇ, ਤੇ ਡਰੋਜ਼ ਵਗੈਰਾ ਥੋੜ੍ਹੇ ਉਹਦੇ 'ਚ ਪਏ ਸੀਗੇ। ਠੀਕ ਹੈ। ਤੇ ਉਹ ਵੀ ਤੇ ਰਿਵਾਲਵਰ ਵਗੈਰਾ ਵੀ ਇਹਦੇ 'ਚ ਹੀ ਪਈ ਸੀਗੀ। ਠੀਕ ਹੈ। ਤੇ ਅਲਮਾਰੀ ਦੇ ਵਿੱਚੋਂ ਇਹ ਕਿਵੇਂ ਇਹਨਾਂ ਨੇ ਬਾਹਰ ਕੱਢੀ? ਮੈਨੂੰ ਲੱਗਦਾ ਥੱਲੇ ਨਿਸ਼ਾਨ ਵੀ ਪਏ ਹੋਏ ਨੇ। ਹਾਂ ਬਾਹਰ ਕੱਢ ਕੇ ਸਿੱਟ ਲਈ ਨਾ, ਉਹ ਅਲਮਾਰੀ ਦੇ ਅੰਦਰ ਸੀਗੀ, ਸੇਫ ਸੀਗੀ, ਬਾਹਰੋਂ ਨਹੀਂ ਪਤਾ ਚੱਲਦਾ ਸੀ ਵੀ ਇੱਥੇ ਹੈਗੀ ਆ। ਠੀਕ ਹੈ। ਤੇ ਉਹ ਫਿਰ ਬਾਹਰ ਜਦੋਂ ਦੇਖਿਆ ਵੀ ਬਾਹਰ ਕੱਢ ਕੇ ਸਿੱਟ ਕੇ ਉਹਨਾਂ ਨੇ ਵੀ ਇੱਥੇ ਸਾਰੇ ਕੀਤੀ, ਉਹਨਾਂ ਨੇ ਇਹਦੇ ਤੋੜਿਆ ਵਗੈਰਾ ਜਿਹੜਾ ਇਹਨੂੰ। ਠੀਕ ਹੈ। ਇਹ ਫਿਰ ਕਾਫੀ ਸਮਾਂ ਇਹਨਾਂ ਨੂੰ ਲੱਗਾ ਇੱਥੇ, ਜਿਵੇਂ 4 ਵਜੇ ਤੱਕ ਇਹ ਇੱਥੇ ਹੀ ਰਹੇ ਨੇ? ਹਾਂ 4 ਵਜੇ ਤੱਕ ਤਾਂ ਨਹੀਂ, ਮਤਲਬ ਕਿ ਉਹਨਾਂ ਨੇ ਜਿਹੜਾ ਮੇਨ ਕੰਮ ਤਾਂ ਉਹ ਤਾਂ 1:30-2 ਵਜੇ ਤੱਕ ਕਰ ਲਿਆ ਸੀ, ਕਿਉਂਕਿ ਟਾਈਮ ਬਹੁਤ ਸੀਗਾ, 10:30 10:15 ਉਹ ਆ ਗਏ ਸੀਗੇ, 10:15 ਵਗੈਰਾ ਸਭ, ਮਤਲਬ 2-3 ਘੰਟੇ 'ਚ ਕੰਮ ਕਰ ਲਿਆ ਸੀਗਾ। ਬਾਅਦ ਤੋਂ ਥੱਲੇ ਬੈਠ ਕੇ ਉਹ ਕਿਚਨ 'ਚ ਸ਼ਰਾਬ ਵਗੈਰਾ ਪੀਂਦੇ ਰਹੇ, ਕਿਉਂਕਿ 4 ਵਜੇ ਸਾਡੇ ਇੱਥੇ ਕਲੋਨੀ ਦਾ ਵੀ ਗੇਟ ਬੰਦ ਹੁੰਦਾ, ਉਹ ਉਹਨਾਂ ਨੂੰ ਪਤਾ ਸੀ ਵੀ 4 ਵਜੇ ਵੀ ਉਹ ਤੋਂ ਬਾਅਦ ਖੁੱਲ੍ਹਣਾ, ਉਹ 4 ਵਜੇ ਆ ਕੇ ਫਿਰ 4:15 ਵਜੇ ਇੱਥੋਂ ਗਏ ਉਹ। ਅੱਛਾ ਇੰਨੇ ਸ਼ੋਰ ਤੇ ਇੰਨੀ ਦਲੇਰੀ ਕਿ ਇੱਥੇ ਪਹਿਲਾਂ ਚੋਰੀ ਕਰਦੇ ਨੇ, ਉਸ ਤੋਂ ਬਾਅਦ ਇੱਥੇ ਹੀ ਬੈਠ ਕੇ ਉਹ ਸ਼ਰਾਬ ਪੀਂਦੇ ਨੇ, ਤਾਂ ਇੱਥੋਂ ਹੀ ਉਹ ਬੜੇ ਆਰਾਮ ਦੇ ਨਾਲ ਨਿਕਲਦੇ ਨੇ? ਹਾਂ ਬਿਲਕੁਲ, ਬਹੁਤ ਜ਼ਿਆਦਾ ਓਵਰ ਕੌਨਫੀਡੈਂਟ ਸੀਗੇ, ਜਾਂ ਪਤਾ ਨਹੀਂ ਜਾਂ ਪ੍ਰੋਫੈਸ਼ਨਲ ਸੀਗੇ, ਉਹਨਾਂ ਨੂੰ ਪਤਾ ਵੀ ਬਾਕੀ ਕਿਉਂਕਿ ਉਹ 10 ਦਿਨ ਤੋਂ ਸੀਗਾ ਵੀ ਇੱਥੇ ਨਾ, ਉਹਨੂੰ ਪਤਾ ਸੀ ਵੀ ਰਾਤ ਨੂੰ ਇਹਨਾਂ ਦੇ ਘਰ ਕਿਸੇ ਨੇ ਆਉਣਾ ਨਹੀਂ, ਕਿਸੇ ਜਾਣਾ ਨਹੀਂ, ਅਤੇ ਇਸ ਕਰਕੇ ਵੀ ਉਹ ਫੀਅਰ ਫਰੀ ਜਿਹੜੇ 6 ਜਣੇ ਅਸੀਂ ਆਲਰੇਡੀ ਸੀਗੇ ਹੀ ਫੈਮਿਲੀ ਮੈਂਬਰਸ, ਜਾਂ 3 ਨੌਕਰ ਜਾਂ 3 ਅਸੀਂ, ਉਹ ਸਾਰੇ ਹੀ ਉਹਨੂੰ ਪਤਾ ਹੀ ਸੀਗਾ ਵੀ ਫੇਂਟ ਹੀ ਹੈ ਸਾਰੇ ਹੁਣ ਤਾਂ।
ਅੱਛਾ ਮੈਮ, ਜਿਵੇਂ 10 ਕੁ ਦਿਨ ਰਿਹਾ ਤਾਂ ਬੰਦੇ ਦੇ ਹਾਵ ਭਾਵ ਤੋਂ ਥੋੜਾ ਜਿਹਾ ਅੰਦਾਜ਼ਾ ਹੋ ਜਾਂਦਾ ਕਿ ਬੰਦਾ ਕਿਵੇਂ ਦਾ ਹੈ। ਪਹਿਲਾਂ ਕੋਈ ਸੀਗਾ ਸ਼ੱਕ ਉਸ ਬੰਦੇ ਦੇ? ਨਹੀਂ ਕੋਈ ਸ਼ੱਕ ਉਹਨੇ ਤਾਂ ਕੋਈ ਪਾਇਆ ਹੀ ਨਹੀਂ। ਮੈਂ ਤਾਂ ਇਸ ਗੱਲ ਜਾਣ ਮੈਨੂੰ ਸਾਰੇ ਲੋਕੀ ਕਹਿੰਦੇ ਕਿ ਤੂੰ ਤਾਂ ਬੜਾ ਉਹ ਕਰਦੀ ਹੈ। आईडी मंगी ਉਹਨੇ ਦਿੱਤੀ ਨਹੀਂ ਮੈਨੂੰ। ਅੱਛਾ, ਆਈਡੀ ਦਿੱਤੀ ਨਹੀਂ। ਕਹਿੰਦਾ ਨੇਪਾਲ ਕੀ ਹੈ। ਮੈਂ ਕਿਹਾ ਚਾਹੀਏ ਮੇਰੇ ਕੋ, ਕਿਉਂਕਿ ਮੈਂ ਹਰ ਨੌਕਰ ਦੀ ਆਈਡੀ ਵਗੈਰਾ ਲੈ ਕੇ ਰੱਖਦੀ ਆ ਫੋਟੋ ਖਿੱਚ ਕੇ। ਤਾਂ ਇੱਥੇ ਇਹਦੇ ਤਾਂ ਇੰਨੇ ਭੋਲੇ ਪੰਚ ਇਹਦੇ ਉਹਨੇ ਗੱਲਾਂ 'ਚ ਮਾਤੀ ਖਾ ਗਈ। ਮੈਂ ਤਾਂ ਸਮਝ ਹੀ ਨਹੀਂ ਲੱਗੀ ਕਿ ਨਾ ਕਰੀ ਗਿਆ। 2 ਵਾਰੀ ਦਿੱਤੀ ਨਹੀਂ, ਮੰਗੀ ਇਹਨੇ ਆਈਡੀ ਉਹਦੇ ਕੋਲੋਂ। ਮੈਂ ਲਿਆਣਾ, ਮੈਂ ਰੂਮ 'ਚ ਪਈ ਆ, ਮੈਂ ਦਿਨ ਫੇਰ ਬੰਦੇ ਯਾਦ ਭੁੱਲ ਜਾਂਦੇ। 2-3 ਵਾਰੀ ਮੰਗੀ ਇਹਨੇ ਉਹ ਕੋਲੋਂ, ਪਰ ਉਹਨੇ ਦਿੱਤੀ ਨਹੀਂ। ਇਸ ਨੂੰ ਸਾਰੀ ਚੀਜ਼ ਦਾ ਪਤਾ ਸੀਗਾ ਕਿ ਘਰ ਦੇ ਵਿੱਚ ਇੰਨਾ ਗੋਲਡ ਪਿਆ ਜਾਂ ਇੰਨਾ ਕੈਸ਼ ਪਿਆ? ਇਦਾਂ ਤਾਂ ਨਹੀਂ ਮੇਰੇ ਖਾ ਆਈਡੀਆ, ਪਰ ਉਹਨੂੰ ਪਤਾ ਹੀ ਸੀਗਾ ਵੀ ਐਡੇ ਘਰ ਆ ਤਾਂ ਸ਼ਾਇਦ ਪਤਾ ਹੀ ਹੈ ਇਸ ਕਰਕੇ ਦੇਖ ਰਿਹਾ ਸੀ ਨਾ ਬੇਸਿਕਲੀ ਕਿ ਬੈਗਸ ਆ ਰਹੇ ਆ ਵੀ ਸਰਦਾਰ ਜੀ ਆ ਰਹੇ ਪੈਸੇ ਲੈ, ਕਿਉਂਕਿ ਸਾਡੇ ਹਾਂਜੀ ਹਾਂਜੀ ਤਾਂ ਉਹ ਕਰ ਰਿਹਾ ਸੀ ਨਾ ਸਾਰਾ ਨੋਟਿਸ ਕੀ ਹੈਗਾ ਵਾਚ। ਫਿਰ ਉਹਨੇ ਦੇਖਿਆ ਕਿ ਲੋਕ ਰੱਖਦਾ ਇਹ ਰੂਮ ਲੋਕ ਹੈ, ਕਿਉਂਕਿ ਮੈਂ ਕਲੀਨ ਕਰਕੇ ਜਾਂਦੀ ਹਾਂ ਇਹਨੂੰ ਵੀ ਇਹ ਕਮਰਾ ਬੰਦ ਰਹਿੰਦਾ। ਓਬਵੀਅਸਲੀ ਇੱਥੇ ਸਾਰਾ ਵੈਲਿਊਬਲਸ ਹੋਣਗੇ। ਉਹਨੇ ਸਾਡੀ ਬੇਟੀ ਦੇ ਰੂਮਸ ਵੀ ਤੋੜੇ, ਅਲਮਾਰੀਆਂ, ਮੇਰੇ ਬੇਟੇ ਦੀ ਅਲਮਾਰੀਆਂ ਵੀ ਤੋੜੀਆਂ ਉਹਨੇ। ਸਾਰਾ ਘਰ ਇਹਨਾਂ ਨੇ ਰਾਤ ਫਿਰ ਕੇ ਦੇਖਿਆ ਸਾਰਾ ਦੇਖਿਆ, ਮਤਲਬ ਬੜੇ ਤਸੱਲੀ ਨਾਲ ਸਾਰੇ ਇਕੱਲੇ ਵੀ ਕੋਈ ਚੀਜ਼ ਕਿਤੇ ਹੋਰ ਤਾਂ ਨਹੀਂ ਛੁਪਾਈ ਹੈ ਕੀਤੀ ਹੈ। ਔਰ ਉਹਨਾਂ ਨੂੰ ਸਾਰਾ ਪਤਾ ਸੀ ਗੋਲਡ ਹੈ, ਸਿਲਵਰ ਹੈ, ਮਤਲਬ ਆਰਟੀਫਿਸ਼ੀਅਲ ਸਿੱਟ ਕੇ ਗਏ ਹੈ। ਸਿਲਵਰ ਗੋਲਡ ਸਭ ਲੈ ਕੇ ਗਏ ਹੈ। ਮੇਰੀ ਇਹ ਕਬਰਡ ਸੀ ਇਹਨੂੰ ਵੀ ਤੋੜਿਆ ਇਹਨਾਂ ਨੇ। ਇਹ ਕਬਰਡ 'ਚੋਂ ਵੀ ਸਾਰਾ ਸਮਾਨ ਜਿੰਨੇ ਮੇਰੇ ਚਾਂਦੀ ਦੇ ਗਲਾਸ ਸੀਗੇ, ਮਤਲਬ ਸਿਲਵਰ ਸਾਰਾ ਹੀ ਟੋਟਲੀ। ਅੱਛਾ ਸਰ, ਤੁਸੀਂ ਵੀ ਇਸੇ ਕਮਰੇ 'ਚ ਸੀਗੇ ਕਿ ਜਾਂ ਦੂਜੇ ਕਮਰੇ 'ਚ? ਨਹੀਂ, ਮੈਂ ਤਾਂ ਥੱਲੇ ਜਿੱਥੇ ਡਿਨਰ ਕੀਤਾ ਉੱਥੇ ਹੀ ਬੈਠਾ, ਲਿਵਿੰਗ ਰੂਮ 'ਚ ਉੱਥੇ ਹੀ ਬੈਠਾ ਸੀ। ਮੈਂ ਤਾਂ ਉੱਥੇ ਹੀ ਫੇਂਟ ਹੋ ਗਿਆ, ਮੈਨੂੰ ਪਤਾ ਹੀ ਨਹੀਂ। ਅੱਛਾ, ਜਿੱਥੇ ਤੁਹਾਨੂੰ ਇਹਨੇ ਮੈਨੂੰ ਲੱਗਦਾ ਕਿ ਖਾਣਾ ਜਾਂ ਚਾਹ ਪਿਆਈ ਹੈ? ਹਾਂ, ਬਸ ਮੈਂ ਤਾਂ ਉੱਥੇ ਹੀ ਰਿਹਾ। ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕਦੋਂ ਮੈਨੂੰ ਹਸਪੀਟਲ ਲੈ ਕੇ ਗਏ, ਕਦੋਂ ਮੈਂ ਆਇਆ ਵਾਪਸ। ਕੁਝ 2 ਦਿਨ ਮੈਨੂੰ ਕੁਝ ਹੋਸ਼ ਨਹੀਂ ਉਹਦੀ। ਅੱਛਾ, ਇੰਨੀ ਜ਼ਿਆਦਾ ਸਟਰੋਂਗ ਇਹ ਨੀਂਦ ਦੀਆਂ ਗੋਲੀਆਂ ਸੀਗੀਆਂ ਕਿ ਜਾਂ ਕੁਝ ਹੋਰ ਦਿੱਤਾ ਸੀਗਾ ਇਹਨੇ? ਨਹੀਂ, ਪਤਾ ਤਾਂ ਨੀਂਦ ਦੀਆਂ ਗੋਲੀਆਂ ਦੇ ਪੱਤੇ ਮਿਲੇ ਆ। ਉਹ 'ਚ 48 ਗੋਲੀਆਂ ਇਹਨਾਂ ਨੇ ਕੱਢੀਆਂ ਹੀ ਸੀਗੀਆਂ ਜਿਹੜੀਆਂ ਸਾਡੇ ਪਾਈਆਂ ਇਹਨਾਂ ਨੇ। ਉਹ ਪਿੱਛੇ ਘਰ ਦੇ ਉਹਦੇ ਬੈਕ ਸਾਈਡ ਤੇ ਇਹਨਾਂ ਨੇ ਸਿੱਟੇ ਸੀਗੇ ਖਾਲੀ ਪੱਤੇ, ਤਾਂ ਉਹ ਹੈਗੇ। ਉਹ 'ਚ 48 ਗੋਲੀਆਂ ਕੱਢੀਆਂ ਸੀ ਨੀਂਦ ਦੀਆਂ ਇਹਨਾਂ ਨੇ। ਅੱਛਾ, ਫਿਰ ਜਿਵੇਂ ਇਹ ਕੈਸ਼ ਵੀ ਚਲਾ ਗਿਆ ਤਾਂ ਇੱਕ ਤੁਸੀਂ ਰਿਵੋਲਵਰ ਵੀ ਕਹਿੰਦੇ ਹੋ ਕਿ ਰਿਵੋਲਵਰ ਵੀ ਲੈ ਕੇ ਗਿਆ, ਉਹ ਮਿਲਿਆ ਲਾਗੋ ਚਾਗੋ ਕਿ ਉਹ ਵੀ ਨਾਲ ਲੈ ਗਏ? ਨਹੀਂ, ਰਿਵੋਲਵਰ ਹਾਲੇ ਤੱਕ ਤਾਂ ਨਹੀਂ ਮਿਲਿਆ। ਇਹ ਟਰਾਈ ਕੀਤੀ ਵੀ ਸ਼ਾਇਦ ਉਹ ਵੀ ਨਾ ਕਿਤੇ ਸਿੱਟ ਗਏ ਹੁਣ ਇੱਥੇ, ਪਰ ਸਾਨੂੰ ਰਿਵੋਲਵਰ ਨਹੀਂ ਮਿਲਿਆ ਹਾਲੇ। ਅੱਛਾ, ਜਿਵੇਂ ਥੱਲੇ ਵੀ ਤੁਹਾਡੇ ਜਿਹੜੇ ਰੈਸਟੋਰੈਂਟ ਤੋਂ ਆਏ ਸੀਗੇ ਮੁੰਡੇ ਹਨਾ, ਉਹਨਾਂ ਨੂੰ ਕੋਕ 'ਚ ਪਾ ਕੇ ਦਿੱਤਾ, ਤਾਂ ਜਦੋਂ ਰਾਤ ਇਹਨਾਂ ਤੋੜੀ ਜਾਂ ਠੱਕ ਵਗੈਰਾ ਇੱਥੇ ਆਵਾਜ਼ਾਂ ਆਉਂਦੀਆਂ ਹੋਣਗੀਆਂ, ਕਿਸੇ ਨੂੰ ਬਿਲਕੁਲ ਨਹੀਂ ਪਤਾ ਲੱਗਾ? ਨਹੀਂ, ਇੰਨੀ ਸਟਰੋਂਗ ਮੈਡੀਸਨ ਸੀ ਕਿਸੇ ਨੂੰ। ਸਾਨੂੰ ਤਾਂ ਨੌਕਰਾਂ ਨੂੰ ਤਾਂ ਹੋਰ ਜ਼ਿਆਦਾ ਸਟਰੋਂਗ ਸੀ। ਸਾਨੂੰ ਤਾਂ ਸਮਾਂ ਈਵਨ 2 ਦਿਨ, ਉਹਨਾਂ ਤਾਂ 3 ਦਿਨ ਬਾਅਦ ਹੋਸ਼ ਨਹੀਂ ਆਈ ਉਹਨਾਂ ਨੂੰ ਤਾਂ। ਅੱਛਾ, ਇੰਨੀ ਜ਼ਿਆਦਾ ਸਟਰੋਂਗ ਮੈਡੀਸਨ ਦਿੱਤੀ ਸੀ ਨੌਕਰ। ਚੌਥੇ ਦਿਨ ਤੋਂ ਬਾਅਦ ਹੋਸ਼ ਆਈ। ਫਿਰ ਤੁਸੀਂ ਇਹ ਬਾਅਦ ਵਿੱਚ ਸਾਰੀ ਜਿਹੜੀ ਆ ਉਹ ਜਾਂਚ ਪੜਤਾਲ ਹੁੰਦੀ ਹੈ, ਪਤਾ ਲੱਗਾ ਕਿ ਇਹ ਕਿਵੇਂ ਇਹਨਾਂ ਨੇ ਤੋੜੀ ਹੈ ਜਾਂ ਕਿੰਨਾ ਇਹਨਾਂ ਨੂੰ ਸਮਾਂ ਲੱਗਾ, ਜਾਂ ਲੋਕ ਤਾਂ ਨਹੀਂ ਜਿਵੇਂ ਲੱਗਾ ਇਹਦੇ ਤੇ ਲੋਕ ਤਾਂ ਨਹੀਂ ਸੀ ਪਤਾ ਉਹਨੂੰ? ਨਹੀਂ, ਇਹਨਾਂ ਨੂੰ ਕੋਈ ਲੋਕ ਨਹੀਂ, ਕੀਜ਼ ਨਾਲ ਹੀ ਖੁੱਲਦੀ ਹੈ। ਠੀਕ ਹੈ। ਤਾਂ ਕਿਉਂਕਿ ਅਗਰ ਉਹਨਾਂ ਨੂੰ ਹੁੰਦਾ ਹੈ ਕਿ ਵੀ ਇਹ ਖੋਲ੍ਹਣਾ ਹੈ ਤਾਂ ਮੈਨੂੰ ਜਗਾ ਕੇ ਪੁੱਛਦੇ ਜਾਂ ਕੁਝ ਕਿੱਥੇ ਚਾਬੀ ਹੈ ਕੀ ਹੈ, ਤਾਂ ਉਹਨਾਂ ਕਿਉਂਕਿ ਉਹ ਪ੍ਰੋਪਰ ਸੀਗੇ, ਉਹ ਪੂਰੇ ਆਪਣੇ ਸਮਾਨ ਲੈ ਕੇ ਆਏ। ਉਹਨੇ ਜਿਹੜਾ ਤਾਂ ਖੋਲ੍ਹੀ ਹੈ, ਤੁਸੀਂ ਦੇਖੋ ਨਾ ਸੇਫ ਕਿੱਦਾਂ ਖੋਲ੍ਹੀ ਉਹਨਾਂ ਨੇ। ਸਾਰਾ ਕੁਝ ਉਹਨਾਂ ਦੇ ਪਲਾਨ ਦੇ ਹਿਸਾਬ ਦੇ ਨਾਲ ਹੀ ਚੱਲਿਆ। ਜੇਕਰ ਇਹ ਲੋਕ ਲੱਗਾ ਹੁੰਦਾ ਇਸ ਡੋਰ ਨੂੰ, ਤਾਂ ਮੈਨੂੰ ਲੱਗਦਾ ਫਿਰ ਤੁਹਾਨੂੰ ਉਠਾਉਣਾ ਹੀ ਪੈਣਾ ਸੀਗਾ। ਤਾਂ ਫਿਰ ਤੁਹਾਨੂੰ ਹੀ ਪਤਾ ਲੋਕ ਕਹਿੰਦਾ ਜਾਂ ਇਹਨੂੰ ਤੋੜ ਦਿੰਦੇ, ਜੇ ਇਹਨੂੰ ਤੋੜ ਸਕਦੇ ਆ। ਲੋਕ ਤੋੜਨਾ ਕਿਹੜਾ ਵੱਡੀ ਗੱਲ ਆ? ਇਹ ਤਾਂ ਬਹੁਤ ਮਾਈਨਰ ਗੱਲ ਆ। ਜੇ ਐਡਾ ਸੇਫ ਤੋੜ ਸਕਦੇ ਆ, ਲੋਕ ਤੋੜਨਾ ਉਠਾਉਣਾ ਨਹੀਂ ਸੀ ਉਹਨਾਂ ਨੇ, ਤੋੜ ਲੈਣਾ ਸੀ। ਉਹ ਵੀ ਲੋਕ ਤੋੜ ਲੈਂਦੇ। ਬਾਕੀ ਨਾ ਉਹ ਜਦੋਂ ਆਏ ਆ ਕੈਮਰੇ 'ਚ ਦੇਖੋ ਤੁਸੀਂ, 3 ਬੰਦੇ ਖਾਲੀ ਹੱਥ ਹੈ, ਇੱਕ ਨੇ ਉਹ ਪਿਆ, ਇੱਕ ਬੈਗ ਇੱਥੇ ਛੱਡ ਕੇ ਗਏ ਹੈ। ਕਿਉਂਕਿ ਉਹ ਜਿਹੜਾ ਇੰਸਟਰੂਮੈਂਟ ਸਾਰੇ ਲੈ ਕੇ ਆਏ ਸਮਾਨ ਤੋੜਨ ਲਈ, ਉਹ 'ਚ ਲਪੇਟ ਕੇ ਲਾਇਆ। ਬਾਕੀ ਖਾਲੀ ਹੱਥ ਹੀ ਆਏ ਆ। ਉਹ ਆਲਰੇਡੀ ਨੌਕਰ ਹੁਣ ਜਿੱਥੋਂ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਮੰਡੇ ਬਾਹਰ ਗਿਆ, ਉਹਨੂੰ ਕਹਿ ਕੇ ਮੈਂ ਸਮਾਨ ਲੈਣ ਜਾਣਾ ਹੈ, ਮੈਡੀਸਨਸ ਲੈ ਕੇ ਆਇਆ, ਬੈਗਸ ਲੈ ਕੇ ਆਇਆ। ਕਿਉਂਕਿ ਜਾਣ ਲੱਗੇ ਤੁਸੀਂ ਦੇਖੋ ਪੂਰੇ ਪਿੱਠੂ ਬੈਗ 'ਚ ਸਾਰਾ ਸਮਾਨ ਭਰ ਕੇ ਲੈ ਕੇ ਗਏ। ਅੱਛਾ, ਉਹ ਵੀ ਲੈ ਗਏ। ਉਹ ਸਾਰੇ ਕੈਮਰੇ 'ਚ ਸਾਡੇ ਨੇਬਰਸ ਦੇ ਆਇਆ ਸਾਰਾ। ਅੱਛਾ, ਇਹਨੇ ਐਂਟਰ ਕਰ ਲਏ ਹੋਏ ਸੀਗੇ ਬੰਦੇ ਉਸੇ ਵੇਲੇ, ਤਾਂ ਜਿਵੇਂ ਦਰਵਾਜ਼ਾ ਇੱਕੋ ਹੀ ਮੇਨ ਡੋਰ ਆ, ਉੱਥੋਂ ਦੇ ਹੀ ਇਹ ਐਂਟਰ ਹੋਏ ਤਾਂ ਉੱਥੋਂ ਦੀ ਬਾਹਰ ਨਿਕਲੇ? ਹੁਣ ਇਹ ਨਹੀਂ ਪਤਾ, ਕਿਉਂਕਿ ਸਾਡਾ ਸਾਰਾ ਘਰ ਖੁੱਲਾ ਸੀ। ਤਾਂ ਦੱਸਿਆ ਸੀ ਨਾ, ਹਾਂ ਉਹ ਇੱਕੋ ਹੀ ਸੀ, ਉਹ ਖੁੱਲਾ ਸੀਗਾ ਮੇਨ ਡੋਰ ਖੁੱਲਾ ਸੀ। ਅੱਛਾ, ਫਿਰ ਸੀਸੀਟੀਵੀ ਦੇ ਵਿੱਚ ਕੁਝ ਕਲੀਅਰ ਹੋਇਆ? ਤੁਹਾਡਾ ਤਾਂ ਡੀਵੀਆਰ ਵੀ ਮੈਨੂੰ ਲੱਗਦਾ ਨਾਲ ਲੈ ਗਏ ਸ਼ਾਇਦ? ਜੀ, ਸਾਡਾ ਤਾਂ ਡੀਵੀਆਰ ਹੀ ਨਾਲ ਲੈ ਗਏ। ਉਹ ਤਾਂ ਪੂਰਾ ਤਾਰਾ ਤੋੜ ਤਾੜ ਕੇ। ਅੱਛਾ ਸਰ, ਫਿਰ ਇਹ ਕਿੰਨੀ ਤੁਸੀਂ ਫਿਗਰ ਪੁਲਿਸ ਨੂੰ ਦਿੱਤੀ ਹੈ? ਕਿੰਨੇ ਕੁ ਦਾ ਨੁਕਸਾਨ? ਫਿਗਰ ਤਾਂ ਅਸੀਂ ਦਿੱਤੀ, ਕੈਸ਼ ਸੀਗਾ 80 ਲੱਖ ਰੁਪਏ ਕੈਸ਼ ਸੀਗਾ ਸਾਡੇ ਕੋਲ ਘਰ, ਤੇ ਬਾਕੀ ਜਿਊਲਰੀ ਤਾਂ ਸਭ ਬੇਟੀ ਦੀ ਸੀ, ਕੁਛ ਇਹਦੀ ਸੀ, ਕੋ ਮਦਰ ਦੀ ਸੀਗੀ, ਹੋਰ ਸੀਗੀ। ਉਹ ਤੁਹਾਨੂੰ ਪਤਾ ਹੈ ਲੇਡੀਜ਼ ਇਕੱਠੇ ਕਰਦੇ ਉਹ ਕਾਫੀ ਹੋ ਜਾਂਦੇ। ਮੇਰੇ 2 kg ਪਲੱਸ ਸੀਗੀ ਸਾਡੇ ਘਰ ਜਿਊਲਰੀ ਜਿਹੜੀ ਸੀਗੀ। ਬਾਅਦ ਜਿਹੜਾ ਅਸੀਂ ਕੈਲਕੂਲੇਟ ਕੀਤਾ ਕੀ ਲੈ ਕੇ ਗਏ ਆ। ਠੀਕ ਹੈ। ਤਾਂ ਪੁਲਿਸ ਨੂੰ ਸਾਰੀ ਡਿਟੇਲ ਦੇ ਦਿੱਤੀ ਵੀ ਸਾਡੇ ਕੋਲ ਆ ਸੀਗਾ, ਲੈ ਕੇ ਗਏ ਆ ਉਹ।
ਤੇ ਕੈਸ਼ ਦੀ ਵੀ ਡਿਟੇਲ ਸੀਗੀ ਮੇਰੇ ਕੋਲ, ਜਿਹੜੀ ਸੀਗੀ ਉਹਨਾਂ ਨੂੰ ਦੱਸਤਾ ਵੀ ਆ ਸਾਡੇ ਕੋਲ ਹੈ। ਅੱਛਾ ਠੀਕ ਹੈ, ਜਿਵੇਂ ਕੈਸ਼ ਦੱਸ ਦਿਓ ਤੁਸੀਂ 80 ਕੁ ਲੱਖ, ਤਾਂ ਇਹ ਘਰ ਦੇ ਵਿੱਚ ਅਮੂਮਨ ਹੀ ਰਹਿੰਦਾ ਸੀਗਾ? ਵੈਸੇ ਤਾਂ ਚਲੋ ਬਿਜ਼ਨਸਮੈਨ ਹੋ ਤੁਸੀਂ, ਪਰ ਫਿਰ ਵੀ ਇੰਨਾ ਕੈਸ਼ ਮੈਨੂੰ ਲੱਗਦਾ ਘੱਟ ਰੱਖਿਆ ਜਾਂਦਾ ਘਰ ਦੇ ਵਿੱਚ। ਨਹੀਂ, ਇੰਨਾ ਕੈਸ਼ ਰੈਗੂਲਰ ਨਹੀਂ ਰੱਖਦੇ, ਉਹ ਤਾਂ ਬੇਟਾ ਫੋਰਨ ਟੂਰ ਤੇ ਗਿਆ ਕਰਕੇ ਕੁਦਰਤੀ ਜਮ੍ਹਾਂ ਹੋ ਗਿਆ ਵੀ ਸਾਡੇ ਕੋਲ ਜਿੱਦਾਂ ਕੋਈ ਸੇਲ ਸੀ ਜਾਂ ਕੋਈ ਸੀ ਸ਼ਾਪ ਦੀ ਸੇਲ ਸੀ, ਕੋਈ ਰੈਸਟੋਰੈਂਟ ਸੇਲ ਸੀ, ਉਹ ਸਾਰੇ ਇਕੱਠੇ ਹੋ ਕੇ ਸਾਡੇ ਕੋਲ ਜਮ੍ਹਾਂ ਕਰਾਉਣ ਦਾ ਟਾਈਮ ਨਹੀਂ ਮਿਲਿਆ। ਇੱਕ ਸਾਡਾ ਨਵੀਂ ਫੈਕਟਰੀ ਯੂਨਿਟ ਲਾ ਰਹੇ ਸੀ, ਮੈਂ ਉਹਦੇ 'ਤੇ ਜ਼ਿਆਦਾ ਬਿਜ਼ੀ ਸੀਗਾ ਅਤੇ ਇਸ ਕਰਕੇ ਉਹ ਹੋ ਗਿਆ। ਨਹੀਂ ਤਾਂ ਰੂਟੀਨ 'ਚ ਇੰਨਾ ਕੈਸ਼ ਕਰ ਨਹੀਂ ਰੱਖਦੇ ਸੀ ਇੰਨਾ ਜ਼ਿਆਦਾ ਓਬਵੀਅਸਲੀ। ਅੱਛਾ ਫਿਰ ਪੁਲਿਸ ਜਾਂਚ ਕਰ ਰਹੀ ਹੈ, ਮੈਨੂੰ ਲੱਗਦਾ ਕਿ 7-8 ਦਿਨ ਦਾ ਸਮਾਂ ਤਾਂ ਹੋ ਗਿਆ, ਕੁਝ ਕਲੂ ਲੱਗਾ ਪੁਲਿਸ ਦੇ ਹੱਥ ਕਿ ਕਿੱਥੇ ਚਲੇ ਗਏ ਚੋਰੀ ਕਰਕੇ? ਸਾਰੇ ਨੇਪਾਲੀ ਸੀਗੇ, ਕੌਣ ਸੀਗਾ ਨਾਲ ਉਹਦੇ? ਨਹੀਂ, ਪੁਲਿਸ ਕਰ ਤਾਂ ਰਹੀ ਹੈ ਬਹੁਤ ਜ਼ੋਰ ਸ਼ੋਰ ਨਾਲ, ਰੋਜ਼ ਸਾਨੂੰ ਅਪਡੇਟ ਵੈਸੇ ਕਰਦੇ ਆ ਵੀ ਅਸੀਂ ਆਹ ਕਰ ਰਹੇ, ਪਰ ਟਾਈਮ ਵੀ ਬਹੁਤ ਹੋ ਗਿਆ, ਪਰ ਹਲੇ ਕੰਕਰੀਟ ਕੁਛ ਨਹੀਂ ਉਹਨਾਂ ਨੇ ਦੱਸਿਆ ਵੀ ਕੋਈ ਨਿਕਲਿਆ ਜਾਂ ਕੋਈ ਉਹਨਾਂ ਚਾਰਾਂ 'ਚੋਂ ਕੋਈ ਫੜ ਹੋਇਆ। ਹੋਰ ਉਹਨਾਂ ਦੇ ਬੰਦੇ ਜਾਂ ਰਿਲੇਟਿਵ ਜਾਂ ਜਿਹਨੇ ਉਹਨੂੰ ਸੁਜੈਸਟ ਕੀਤਾ ਸੀ ਜਾਂ ਹੋਰ ਬੰਦੇ ਤਾਂ ਲਿਆਏ ਰਹੇ ਹੋ, ਪਰ ਉਹ ਹਲੇ ਉਹਨਾਂ 'ਚੋਂ ਚਾਰਾਂ 'ਚੋਂ ਮੇਰੇ ਖਿਆਲ ਨਹੀਂ ਕੋਈ ਫੜ ਹੋਇਆ, ਬਾਕੀ ਫੜ ਹੋ ਗਿਆ ਤਾਂ ਸਾਨੂੰ ਪੁਲਿਸ ਨੇ ਦੱਸਿਆ। ਓਬਵੀਅਸ ਜੀ ਗੱਲ ਆ ਕਿ ਮੈਨੂੰ ਲੱਗਦਾ ਕਿ ਇਹਦੇ ਜਿਹੜੇ ਸਾਥੀ ਸੀਗੇ ਉਹ ਵੀ ਲਾਗੇ ਚਾਗੇ ਕਿਤੇ ਰਹਿੰਦੇ ਹੋਣਗੇ, ਜਿਹੜੇ ਰਾਤ ਨੂੰ ਉਸੇ ਵੇਲੇ ਨਾਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਚਲੇ ਜਾਂਦੇ ਨੇ। ਨਹੀਂ, ਰਹਿੰਦੇ ਨਹੀਂ ਹੋਣੇ, ਉਹ ਤਾਂ ਓਬਵੀਅਸਲੀ ਇਸ ਕੰਮ ਲਈ ਆਏ ਸੀਗੇ, ਉਹ ਪਾਰਟਿਕੂਲਰਲੀ ਇੱਥੇ ਰਹਿੰਦੇ ਤਾਂ ਨਹੀਂ ਹੋਣੇ ਇੱਥੇ, ਉਹ ਤਾਂ ਪਾਰਟਿਕੂਲਰਲੀ ਨੇ ਪਲਾਨ ਕਰਕੇ ਨਾ ਉਹ ਮੰਡੇ ਬਾਹਰ ਗਿਆ, ਟਿਊਜ਼ਡੇ ਗਿਆ, ਵੈਨਸਡੇ ਗਿਆ। ਅੱਛਾ, ਘਰ ਤੋਂ ਬਾਹਰ ਜਾਂਦਾ ਹੁੰਦਾ? ਉਸ ਤੋਂ ਇਲਾਵਾ ਪਹਿਲਾਂ ਜਦੋਂ ਦਾ ਆਇਆ ਘਰ ਤੋਂ ਬਾਹਰ ਨਹੀਂ ਗਿਆ ਉਹ। ਉਹ ਮੰਡੇ ਮੈਨੂੰ ਕਹਿ ਕੇ ਗਿਆ ਕਿ ਮੈਂ ਬਾਹਰ ਜਾ ਰਿਹਾ, ਜ਼ਰੂਰੀ ਕੰਮ ਹੈ, ਫਿਰ ਟਿਊਜ਼ਡੇ ਗਿਆ, ਫਿਰ ਵੈਨਸਡੇ ਗਿਆ। ਠੀਕ ਹੈ, ਉਸ ਤੋਂ ਇਲਾਵਾ ਉਹਨੇ 12 ਬੰਦੇ ਠੀਕ ਹੈ। ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਸੋ ਇਹ ਫਗਵਾੜੇ ਦਾ ਇੱਕ ਫੈਮਿਲੀ ਹੈਗੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜੀ ਹੈ ਉਹ ਚੋਰੀ ਹੁੰਦੀ ਹੈ 14-15 ਜੂਨ ਦੀ ਰਾਤ ਨੂੰ। ਤਾਂ ਕਿੱਡੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਚੋਰਾਂ ਨੇ ਚੋਰੀ ਕੀਤੀ ਹੈ। ਤਾਂ ਘਰ ਦੇ ਵਿੱਚੋਂ ਜਿਹੜਾ ਉਹ ਗਹਿਣਾ ਲੈ ਜਾਂਦੇ ਨੇ, ਕੈਸ਼ ਲੈ ਜਾਂਦੇ ਨੇ, ਤਾਂ ਇੱਥੋਂ ਤੱਕ ਕਿ ਇੰਨੇ ਕੌਨਫੀਡੈਂਸ ਹੁੰਦੇ ਨੇ ਕਿ ਘਰ ਦੇ ਵਿੱਚ ਬੈਠ ਕੇ ਸ਼ਰਾਬ ਤੱਕ ਪੀ ਕੇ ਜਾਂਦੇ ਨੇ। ਤਾਂ 4 ਵਜੇ ਦੇ ਕਰੀਬ ਜਿਹੜੇ ਨੇ ਉਹ ਇੱਥੋਂ ਨਿਕਲਦੇ ਨੇ, ਤਾਂ ਪੂਰੇ ਪਰਿਵਾਰ ਨੂੰ ਜਿਹੜੀ ਆ ਉਹ ਬੇਹੋਸ਼ ਕਰ ਦਿੱਤਾ ਜਾਂਦਾ। ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਜਿਹੜੀ ਆ ਪੁਲਿਸ ਨੂੰ ਜਿਹੜਾ ਕਾਰਵਾਈ ਕਰਨ ਲਈ ਕਿਹਾ ਜਾ ਰਿਹਾ, ਤਾਂ ਸਾਰਾ ਕੁਝ ਦੱਸਿਆ ਗਿਆ, ਪਰ ਪੁਲਿਸ ਦੇ ਵੱਲੋਂ ਜਿਹੜਾ ਅਜੇ ਤੱਕ ਕੋਈ ਵੀ ਕਲੂ ਜਿਹੜਾ ਹੱਥ ਦੇ ਵਿੱਚ ਨਹੀਂ ਲੱਗਾ। ਜਿਹੜੇ 4 ਲੋਕੀ ਚੋਰੀ ਕਰਕੇ ਗਏ ਨੇ ਉਹਨਾਂ ਦੇ ਵਿੱਚੋਂ ਅਜੇ ਤੱਕ ਕੋਈ ਫੜਿਆ ਨਹੀਂ ਗਿਆ। ਹਾਲਾਂਕਿ ਜਾਂਚ ਜਿਹੜੀ ਹੈ ਇਸ ਕੇਸ ਦੀ ਚੱਲ ਰਹੀ ਹੈ। ਕੈਮਰਾਮੈਨ ਸਾਹਿਬ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ ਟੀਵੀ, ਫਗਵਾੜਾ।